ਗੁਰੂ ਗੋਬਿੰਦ ਸਿੰਘ ਜੀ। ਇਤਿਹਾਸ ਦੇ ਪੰਨਿਆਂ 'ਤੇ ਨਜ਼ਰ ਮਾਰ ਕੇ ਅਸੀਂ ਇਸ ਨਤੀਜੇ 'ਤੇ ਅੱਪੜਦੇ ਹਾਂ ਕਿ ਸਾਰੇ ਇਤਿਹਾਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲੋਂ ਵੱਧ ਪ੍ਰਭਾਵਸ਼ਾਲੀ ਤੇ ਟੁੰਬਨ ਸ਼ਕਤੀ ਵਾਲੀ ਹੋਰ ਕੋਈ ਸ਼ਖਸੀਅਤ ਨਹੀਂ। ਗੁਰੂ ਗੋਬਿੰਦ ਸਿੰਘ ਇੱਕੋ ਸਮੇਂ ਆਗੂ, ਗੁਰੂ ਤੇ ਸਿੱਖ, ਅਵਤਾਰ, ਸੇਵਕ, ਕਵੀ, ਵਿਦਵਾਨ, ਸਿਪਾਹੀ, ਸੰਤ ਤੇ ਰਾਜਸੀ ਨੇਤਾ ਸਨ। ਇਤਨੇ ਗੁਣ ਇੱਕੋ ਵੇਲੇ ਇੱਕ ਸ਼ਖਸੀਅਤ ਵਿੱਚ ਮਿਲਣੇ ਜੇ ਅਸੰਭਵ ਨਹੀਂ ਤਾਂ ਕਠਿਨ ਜ਼ਰੂਰ ਹਨ। ਆਪ ਅਤ ਖਤਰੇ ਦੇ ਸਮੇਂ ਮਹਾਨ ਹੀਰੋ, ਅਮਨ ਦੇ ਦਿਨਾਂ ਵਿੱਚ ਪਿਆਰ ਤੇ ਸ਼ਾਂਤੀ ਦੇ ਪੁੰਜ, ਅਤ ਪਿਆਰੇ, ਕੁਰਬਾਨੀ ਦੀਆਂ ਸਿਖਰਾਂ ਤੱਕ ਅੱਪੜਨ ਵਾਲੇ ਤੇ ਪੂਰੀ ਤਰ੍ਹਾਂ ਸਵੈ ਲਾਭਾਂ ਤੋਂ ਦੂਰ ਸਨ। ਕਿਸੇ ਨੇ ਇੱਕ ਕੁਰਬਾਨੀ ਦਿੱਤੀ ਹੋਵੇਗੀ, ਕਿਸੇ ਨੇ ਦੋ, ਪਰ ਕੇਵਲ ਗੁਰੂ ਗੋਬਿੰਦ ਸਿੰਘ ਜੀ ਹਨ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਹੀ ਕੌਮ ਤੇ ਦੇਸ਼ ਦੇ ਲਾਭਾਂ ਲਈ ਕੁਰਬਾਨ ਕਰ ਦਿੱਤਾ ਤੇ ਫਿਰ ਸਾਰੀ ਜ਼ਿੰਦਗੀ ਬਹਾਦਰੀ ਨਾਲ ਹਾਲਾਤ ਦਾ ਟਾਕਰਾ ਕਰਕੇ ਇੱਕ ਅਜਿਹੀ ਲਹਿਰ ਪੈਦਾ ਕਰ ਦਿੱਤੀ ਜਿਸ ਵਿੱਚੋਂ ਸੈਂਕੜੇ ਨਹੀਂ ਹਜ਼ਾਰਾਂ ਸ਼ਹੀਦ ਪੈਦਾ ਹੋਏ ਤੇ ਉਹਨਾਂ ਆਪਣਾ ਪਵਿੱਤਰ ਲਹੂ ਡੋਲ ਕੇ ਦੇਸ਼ ਤੇ ਕੌਮ ਦੀ ਵਿਗੜੀ ਤਕਦੀਰ ਦੀਆਂ ਰੇਖਾ ਬਦਲ ਦਿੱਤੀਆਂ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਸ਼ਹਿਰ ਬਿਹਾਰ ਵਿੱਚ 26 ਦਸੰਬਰ 1666 ਈਸਵੀ ਨੂੰ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ। ਉਹਨਾਂ ਦਿਨਾਂ ਵਿੱਚ ਗੁਰੂ ਪਰਿਵਾਰ ਪਟਨੇ ਠਹਿਰਿਆ ਹੋਇਆ ਸੀ, ਪਰ ਗੁਰੂ ਤੇਗ ਬਹਾਦਰ ਜੀ ਆਪ ਅਸਾਮ ਵੱਲ ਗਏ ਹੋਏ ਸਨ। ਉੱਥੇ 2 ਸਾਲ ਪ੍ਰਚਾਰ ਕਰਨ ਪਿੱਛੋਂ ਗੁਰੂ ਜੀ ਨੂੰ ਸਿੱਧਾ ਤੁਰਤ ਪੰਜਾਬ ਆਉਣਾ ਪਿਆ। ਕੁਝ ਚਿਰ ਪਿੱਛੋਂ ਪਰਿਵਾਰ ਵੀ ਅਨੰਦਪੁਰ ਬੁਲਾ ਲਿਆ ਗਿਆ। ਬਚਪਨ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਅਜਿਹੇ ਮਹਾਨ ਕਾਰਨਾਮੇ ਕੀਤੇ ਜਿਨ੍ਹਾਂ ਤੋਂ ਉਹਨਾਂ ਦੀ ਵਿਦਵਤਾ ਤੇ ਤਿੱਖਣ ਸੂਝ-ਬੂਝ ਦਾ ਚਰਚਾ ਹੋਣ ਲੱਗ ਪਿਆ। ਔਰੰਗਜ਼ੇਬ ਦੇ ਜ਼ੁਲਮ ਵੱਧਦੇ ਗਏ। 1669 ਵਿੱਚ ਮੁਗਲ ਹਾਕਮ ਨੇ ਹੁਕਮ ਜਾਰੀ ਕੀਤਾ ਕਿ ਹਿੰਦੂਆਂ ਦੇ ਸਾਰੇ ਮੰਦਰ ਤੇ ਮੱਠ ਢਾਹ ਦਿੱਤੇ ਜਾਣ। ਲੋਕਾਂ ਨੂੰ ਜ਼ਬਰਦਸਤੀ ਤਲਵਾਰ ਦੇ ਜ਼ੋਰ ਨਾਲ ਧਰਮ ਛਡਾਉਣ ਲਈ ਮਜਬੂਰ ਕੀਤਾ ਜਾਣ ਲੱਗ ਪਿਆ। ਇਹ ਦਸ਼ਾ ਦੇਖ ਕੇ ਹੀ ਗੁਰੂ ਤੇਗ ਬਹਾਦਰ ਜੀ ਤੁਰਤ ਪੰਜਾਬ ਪਹੁੰਚੇ ਸਨ। ਸਾਰੀ ਹਾਲਤ ਤੇ ਡੂੰਘੀ ਵਿਚਾਰ ਪਿੱਛੋਂ ਉਹਨਾਂ ਇਸ ਹਾਲਤ ਨੂੰ ਬਦਲਣ ਲਈ ਆਪਾ ਵਾਰਨ ਦਾ ਨਿਸ਼ਚਾ ਕਰ ਲਿਆ। ਲੋਕਾਂ ਨੂੰ ਥਾਂ-ਥਾਂ ਜਾ ਕੇ ਉਪਦੇਸ਼ ਦਿੱਤਾ ਕਿ ਨਾ ਕਿਸੇ ਤੋਂ ਡਰੋ ਤੇ ਨਾ ਕਿਸੇ ਨੂੰ ਡਰਾਓ। ਕਸ਼ਮੀਰੀ ਪੰਡਤ ਵੀ ਦੁਖੀ ਹੋ ਕੇ ਗੁਰੂ ਸਾਹਿਬ ਪਾਸ ਆਏ ਤੇ ਸਾਰੀ ਵਿਥਿਆ ਸੁਣਾਈ। ਗੁਰੂ ਸਾਹਿਬ ਅਜੇ ਸੋਚ ਹੀ ਰਹੇ ਸਨ ਕਿ ਬਾਲਕ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀ ਗੱਲ ਪੁੱਛੀ। ਗੁਰੂ ਤੇਗ ਬਹਾਦਰ ਜੀ ਨੇ ਦੱਸਿਆ ਕਿ ਇਸ ਸਮੇਂ ਕਿਸੇ ਵੱਡੀ ਸ਼ਖਸੀਅਤ ਦੀ ਕੁਰਬਾਨੀ ਹੀ ਦੇਸ਼ ਵਿੱਚ ਹੋ ਰਹੇ ਅਤਿਆਚਾਰ ਨੂੰ ਠੱਲ ਪਾ ਸਕਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਵੇਲੇ ਕਿਹਾ, ਤੁਹਾਡੇ ਨਾਲੋਂ ਵੱਡੀ ਹਸਤੀ ਕਿਹੜੀ ਹੋ ਸਕਦੀ ਹੈ। ਇਉਂ ਬਚਪਨ ਵਿੱਚ ਹੀ ਆਪਣੇ ਗੁਰਦੇਵ ਪਿਤਾ ਨੂੰ ਆਪਾ ਵਾਰਨ ਦੀ ਸਲਾਹ ਦਿੱਤੀ। 1675 ਈਸਵੀ ਨੂੰ ਗੁਰੂ ਤੇਗ ਬਹਾਦਰ ਜੀ ਦਿੱਲੀ ਵਿੱਚ ਸ਼ਹੀਦ ਕਰ ਦਿੱਤੇ ਗਏ। ਗੁਰੂ ਗੋਬਿੰਦ ਸਿੰਘ ਜੀ 10ਵੇਂ ਜਾਮੇ ਵਿੱਚ ਗੁਰੂ ਨਾਨਕ ਦੀ ਪੀੜ੍ਹੀ ਤੇ ਬੈਠੇ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਹਾਲਾਤ ਤੇ ਹੁਣ ਤੱਕ ਦੇ ਅੰਦੋਲਨ ਤੇ ਵਿਚਾਰ ਕੀਤਾ ਤੇ ਅਨੰਦਪੁਰ ਸਾਹਿਬ ਦੀ ਥਾਂ ਰਿਆਸਤ ਨਾਹਨ ਵਿੱਚ ਰਮਨੀਕ ਥਾਂ ਪੌਂਟਾ ਸਾਹਿਬ ਜਾ ਡੇਰੇ ਲਾਏ ਤੇ ਕੁਝ ਸਾਲ ਉੱਥੇ ਰਹਿ ਕੇ ਭਵਿੱਖ ਦੇ ਪ੍ਰੋਗਰਾਮ ਦੀ ਰੂਪਰੇਖਾ ਤਿਆਰ ਕੀਤੀ ਤੇ ਆਉਣ ਵਾਲੇ ਘਮਸਾਨ ਲਈ ਆਪਣੇ ਆਪ ਨੂੰ ਤਿਆਰ ਕੀਤਾ। ਸਮੇਂ ਦੀਆਂ ਜਾਬਰ ਤਾਕਤਾਂ, ਲੋਕ ਹਿੱਤਾਂ ਤੇ ਡਾਕਾ ਮਾਰਨ ਵਾਲੇ ਤੇ ਜ਼ਾਲਮ ਹਕੂਮਤ ਦੇ ਹੱਥ ਠੋਕਿਆਂ ਨੂੰ ਇਹ ਚੜ੍ਹਦੀ ਕਲਾ ਤੇ ਤਿਆਰੀ ਚੰਗੀ ਨਾ ਲੱਗੀ ਤੇ ਅਜੇ ਗੁਰੂ ਸਾਹਿਬ ਪੌਂਟਾ ਸਾਹਿਬ ਵਿੱਚ ਹੀ ਸਨ ਕਿ ਉਹਨਾਂ ਨੂੰ ਖਤਮ ਕਰਨ ਲਈ ਇੱਕ ਹੱਲਾ ਬੋਲਿਆ ਤੇ ਭੰਗਾਣੀ ਦੇ ਮੈਦਾਨ ਵਿੱਚ 22 ਧਾਰ ਦੇ ਹਿੰਦੂ ਰਾਜਿਆਂ ਨਾਲ ਗੁਰੂ ਸਾਹਿਬ ਦੀ ਜੰਗ ਦੇ ਮੈਦਾਨ ਵਿੱਚ ਪਹਿਲੀ ਟੱਕਰ ਹੋਈ ਤੇ ਉਸ ਵਿੱਚ ਗੁਰੂ ਸਾਹਿਬ ਨੇ ਰਾਜਿਆਂ ਨੂੰ ਹਰਾ ਦਿੱਤਾ। ਫਿਰ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਆ ਗਏ ਤੇ ਕੁਝ ਸਮੇਂ ਪਿੱਛੋਂ ਨਾਦੌਣ ਵਿੱਚ ਇੱਕ ਹੋਰ ਵੱਡੀ ਲੜਾਈ ਲੜੀ। ਗੁਰੂ ਸਾਹਿਬ ਦੀਆਂ ਜਿੱਤਾਂ ਤੇ ਵੱਧਦੇ ਪ੍ਰਤਾਪ ਬਾਰੇ ਜਾਣ ਕੇ ਮੁਗਲ ਸਾਮਰਾਜ ਦੇ ਮੁਖੀ ਔਰੰਗਜ਼ੇਬ ਦੀ ਚਿੰਤਾ ਵੱਧ ਗਈ ਤੇ ਉਹਨਾਂ ਗੁਰੂ ਸਾਹਿਬ ਨੂੰ ਚੇਤਾਵਨੀ ਭੇਜੀ। ਜਦ ਉਹਦਾ ਕੋਈ ਅਸਰ ਨਾ ਹੋਇਆ ਤਾਂ ਉਸਨੇ ਆਪਣੇ ਪੁੱਤਰ ਬਹਾਦਰ ਸ਼ਾਹ ਨੂੰ ਪੰਜਾਬ ਦੀ ਗੜਬੜ ਦਬਾਉਣ ਲਈ ਭੇਜ ਦਿੱਤਾ। ਬਹਾਦਰ ਸ਼ਾਹ ਨੇ ਲਾਹੌਰ ਡੇਰੇ ਲਾ ਲਏ। ਮਿਰਜ਼ਾ ਬੇਗ ਨੂੰ ਫੌਜ ਦੇ ਕੇ ਗੁਰੂ ਸਾਹਿਬ ਵਿਰੁੱਧ ਭੇਜਿਆ ਗਿਆ, ਪਰ ਸਫਲਤਾ ਨਾ ਹੋਈ।
1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਵਿੱਚ ਸਿੱਖਾਂ ਦਾ ਵੱਡਾ ਇਕੱਠ ਕੀਤਾ ਤੇ ਉਸ ਵਿੱਚੋਂ 5 ਸਿਰ ਮੰਗ ਕੇ 5 ਪਿਆਰਿਆਂ ਦੀ ਸਾਜਨਾ ਕੀਤੀ ਤੇ ਫਿਰ ਅੰਮ੍ਰਿਤ ਦੀ ਦਾਤ ਬਖਸ਼ ਕੇ ਸਿੱਖਾਂ ਨੂੰ ਸਿੰਘ ਸਜਾ ਦਿੱਤਾ। ਕੇਸ, ਕੜਾ, ਕਛਹਿਰਾ, ਕੰਘਾ ਤੇ ਕਿਰਪਾਨ ਰੱਖਣ ਦੀ ਰੀਤ ਚਲਾ ਕੇ ਆਪਣੀ ਲਹਿਰ ਦੇ ਸੰਤ ਸਿਪਾਹੀਆਂ ਨੂੰ ਦੂਜੇ ਲੋਕਾਂ ਨਾਲੋਂ ਬਿਲਕੁਲ ਨਿਰਾਲਾ ਰੂਪ ਦੇ ਦਿੱਤਾ। ਗੁਰੂ ਨਾਨਕ ਦੇਵ ਜੀ ਦੀ ਚਲਾਈ ਲਹਿਰ ਹੁਣ ਸੰਪੂਰਨ ਰੂਪ ਵਿੱਚ ਆਪਣੇ ਜੋਬਨ ਤੇ ਪਹੁੰਚ ਗਈ। ਲੋਕਾਂ ਵਿੱਚ ਉਸ ਸਮੇਂ ਕਿਤਨਾ ਜੋਸ਼ ਤੇ ਉਤਸ਼ਾਹ ਸੀ, ਇਸ ਦਾ ਅਨੁਮਾਨ ਇਸ ਗੱਲ ਤੋਂ ਲੱਗ ਜਾਂਦਾ ਹੈ ਕਿ ਕੁਝ ਦਿਨਾਂ ਵਿੱਚ ਹੀ 80,000 ਆਦਮੀਆਂ ਤੇ ਬੀਬੀਆਂ ਨੇ ਅੰਮ੍ਰਿਤ ਪਾਨ ਕੀਤਾ ਅਤੇ ਸਿੰਘ ਤੇ ਸਿੰਘਣੀਆਂ ਸਜ ਗਏ। ਸਮਾਜ ਵਿੱਚ ਜਾਤ-ਪਾਤ ਤੇ ਊਚ ਨੀਚ ਦੀਆਂ ਸਾਰੀਆਂ ਕੰਧਾਂ ਢਾਹ ਦਿੱਤੀਆਂ ਗਈਆਂ ਤੇ ਮਨੁੱਖੀ ਬਰਾਬਰੀ ਦਾ ਅਮਲੀ ਰੂਪ ਸਾਹਮਣੇ ਲੈ ਆਂਦਾ। ਪਹਾੜੀ ਰਾਜਿਆਂ ਨੂੰ ਇਹ ਸੁਧਾਰ ਤੇ ਨਵੀਂ ਲਹਿਰ ਆਪਣੇ ਪੁਰਾਣੇ ਰਿਵਾਜਾਂ ਲਈ ਖਤਰਨਾਕ ਪ੍ਰਤੀਤ ਹੋਈ ਤੇ ਉਹਨਾਂ ਨੇ ਇਹਦੀ ਵਿਰੋਧਤਾ ਆਰੰਭ ਦਿੱਤੀ। ਕਹਿਲੂਰ ਦੇ ਰਾਜੇ ਨੇ, ਜਿਸ ਦੇ ਇਲਾਕੇ ਵਿੱਚ ਅਨੰਦਪੁਰ ਸੀ, ਗੁਰੂ ਸਾਹਿਬ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣਾ ਰਾਹ ਬਦਲ ਲੈਣ, ਨਹੀਂ ਤੇ ਉਹਦੀ ਰਿਆਸਤ ਵਿੱਚੋਂ ਚਲੇ ਜਾਣ। ਗੁਰੂ ਸਾਹਿਬ ਨੇ ਉਹਦੀ ਧਮਕੀ ਦੀ ਕੋਈ ਪਰਵਾਹ ਨਾ ਕੀਤੀ ਤੇ ਜੰਗ ਸ਼ੁਰੂ ਹੋ ਗਈ। ਇਹ ਰਾਜੇ ਕਈ ਵਾਰ ਪਹਿਲਾਂ ਹਾਰ ਖਾ ਚੁੱਕੇ ਸਨ, ਇਸ ਲਈ ਇਹਨਾਂ ਔਰੰਗਜ਼ੇਬ ਨੂੰ ਸ਼ਿਕਾਇਤਾਂ ਕੀਤੀਆਂ ਤੇ ਉਸਨੇ 1701 ਵਿੱਚ ਦੱਖਣ ਤੋਂ ਹੀ ਹੁਕਮ ਭੇਜਿਆ ਕਿ ਗੁਰੂ ਸਾਹਿਬ 'ਤੇ ਚੜ੍ਹਾਈ ਕੀਤੀ ਜਾਏ। ਦਿੱਲੀ ਦੀਆਂ ਸ਼ਾਹੀ ਫੌਜਾਂ, ਲਾਹੌਰ ਤੇ ਸਰਹੰਦ ਦੇ ਸੂਬੇਦਾਰਾਂ ਦੇ ਲਸ਼ਕਰ ਨੇ 22 ਧਾਰ ਦੇ ਰਾਜਿਆਂ ਨਾਲ ਮਿਲ ਕੇ ਹਮਲਾ ਕੀਤਾ। 1704 ਤੱਕ ਕਈ ਵਾਰ ਲੜਾਈਆਂ ਤੇ ਝੜਪਾਂ ਹੋਈਆਂ, ਪਰ ਸਾਰੀ ਮਿਲਵੀ ਤਾਕਤ ਵੀ ਗੁਰੂ ਸਾਹਿਬ ਨੂੰ ਹਰਾ ਨਾ ਸਕੀ। ਅਖੀਰ 1704 ਵਿੱਚ ਕਈ ਮਹੀਨੇ ਦੀ ਲਗਾਤਾਰ ਲੜਾਈ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਛੱਡਿਆ। ਸਰਸਾ ਨਦੀ ਦੇ ਕੰਢੇ 'ਤੇ ਜ਼ਬਰਦਸਤ ਲੜਾਈ ਹੋਈ ਤੇ ਉਸ ਪਿੱਛੋਂ ਪਰਿਵਾਰ ਨਿਖੜ ਗਿਆ। ਗੁਰੂ ਸਾਹਿਬ ਚਮਕੌਰ ਪਹੁੰਚੇ ਤੇ ਇੱਥੇ ਉਹਨਾਂ ਸ਼ਾਹੀ ਲਸ਼ਕਰ ਨਾਲ ਇੰਨਾ ਵੱਡਾ ਟਾਕਰਾ ਕੀਤਾ ਕਿ ਇਤਿਹਾਸ ਵਿੱਚ ਸਦਾ ਯਾਦ ਰਹੇਗਾ। ਇਸ ਲੜਾਈ ਵਿੱਚ ਦੋਵੇਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ, 3 ਪਿਆਰੇ ਵੀ ਸ਼ਹੀਦ ਹੋ ਗਏ। ਉੱਧਰ ਗੁਰੂ ਸਾਹਿਬ ਦੇ ਛੋਟੇ ਦੋਵੇਂ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਸਰਹੰਦ ਦੇ ਸੂਬੇਦਾਰ ਨੇ ਗ੍ਰਿਫਤਾਰ ਕਰਕੇ ਕੰਧਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ। ਇਉਂ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਹੀ ਆਪਾ ਵਾਰ ਗਿਆ। ਮਾਛੀਵਾੜ ਦੇ ਜੰਗਲ ਵਿੱਚ ਕੁਝ ਸਮਾਂ ਬਿਤਾ ਕੇ ਗੁਰੂ ਗੋਬਿੰਦ ਸਿੰਘ ਜੀ ਮਾਲਵੇ ਵਿੱਚ ਲੰਘ ਗਏ ਤੇ ਥੋੜ੍ਹੇ ਜਿਹੇ ਸਮੇਂ ਵਿੱਚ ਫਿਰ ਇਤਨੀ ਚੜ੍ਹਦੀ ਕਲਾ ਪੈਦਾ ਕਰ ਲਈ ਕਿ 1705 ਵਿੱਚ ਖਿਦਰਾਣੇ ਦੀ ਢਾਬ ਮੁਕਤਸਰ ਦੇ ਅਸਥਾਨ 'ਤੇ ਦੁਸ਼ਮਣ ਦੀਆਂ ਫੌਜਾਂ ਨਾਲ ਲੋਹਾ ਲਿਆ ਤੇ ਉਹਨਾਂ ਨੂੰ ਭਜਾ ਦਿੱਤਾ। ਇਸ ਹਾਰ ਪਿੱਛੋਂ ਮੁੜ ਮੁਗਲ ਫੌਜ ਆਪ ਦੇ ਟਾਕਰੇ 'ਤੇ ਨਹੀਂ ਆ ਸਕੀ। ਗੁਰੂ ਸਾਹਿਬ ਨੇ ਬਠਿੰਡੇ ਦੇ ਇਲਾਕੇ ਵਿੱਚ ਦਮਦਮਾ ਸਾਹਿਬ ਡੇਰਾ ਲਾਇਆ ਤੇ ਇੱਥੇ ਬੈਠ ਕੇ ਵਿਦਿਅਕ ਖੇਤਰ ਵਿੱਚ ਕੁਝ ਉਪਰਾਲੇ ਕੀਤੇ। ਦਿਨੇ ਪਹੁੰਚ ਕੇ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਇੱਕ ਪੱਤਰ ਲਿਖਿਆ ਜੋ ਜ਼ਫਰਨਾਮਾ ਦੇ ਨਾਮ ਨਾਲ ਪ੍ਰਸਿੱਧ ਹੈ। ਇਸ ਵਿੱਚ ਉਹਦੇ ਰਾਜ ਦੀਆਂ ਬੁਰਾਈਆਂ ਦੀ ਤਸਵੀਰ ਖਿੱਚੀ ਤੇ ਆਪਣੇ ਪਰਿਵਾਰ ਨਾਲ ਵਾਪਰੀਆਂ ਘਟਨਾਵਾਂ ਲਿਖ ਕੇ ਅਖੀਰ ਚੇਤਾਵਨੀ ਦਿੱਤੀ ਕਿ ਮੈਂ ਅਜਿੱਤ ਹਾਂ, ਤੇਰੀ ਫੌਜ ਸਾਡੀ ਲਹਿਰ ਨੂੰ ਦਬਾ ਨਹੀਂ ਸਕਦੀ। ਜ਼ਫਰਨਾਮੇ ਦਾ ਔਰੰਗਜ਼ੇਬ ਦੇ ਮਨ 'ਤੇ ਡੂੰਘਾ ਅਸਰ ਪਿਆ ਤੇ ਉਸਨੇ ਗੁਰੂ ਸਾਹਿਬ ਨੂੰ ਮਿਲਣ ਲਈ ਸੱਦਿਆ। ਗੁਰੂ ਸਾਹਿਬ ਉਹਨਾਂ ਦਿਨਾਂ ਵਿੱਚ ਦੱਖਣ ਵੱਲ ਜਾ ਰਹੇ ਸਨ। ਉਹਨਾਂ ਫਰਵਰੀ ਦੇ ਅਖੀਰ ਔਰੰਗਜ਼ੇਬ ਦੀ ਮੌਤ ਦੀ ਖਬਰ ਸੁਣੀ ਤੇ ਦਿੱਲੀ ਆ ਗਏ। ਔਰੰਗਜ਼ੇਬ ਦੇ ਪੁੱਤਰਾਂ ਵਿੱਚ ਰਾਜ ਲਈ ਲੜਾਈ ਛਿੜ ਪਈ ਤੇ ਗੁਰੂ ਜੀ ਦੀ ਹਮਦਰਦੀ ਦਾ ਸਦਕਾ ਬਹਾਦਰ ਸ਼ਾਹ ਜਿੱਤ ਗਿਆ। ਆਗਰੇ ਵਿੱਚ ਬਾਦਸ਼ਾਹ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਨੂੰ ਸੱਦ ਕੇ ਉਹਨਾਂ ਦਾ ਸਨਮਾਨ ਕੀਤਾ ਤੇ ਕੀਮਤੀ ਸੁਗਾਤਾਂ ਭੇਟ ਕੀਤੀਆਂ। ਸਰਕਾਰ ਨਾਲ ਸਮਝੌਤੇ ਦੀ ਗੱਲਬਾਤ ਚੱਲ ਪਈ ਤੇ ਬਹਾਦਰ ਸ਼ਾਹ ਦੇ ਨਾਲ ਹੀ ਗੁਰੂ ਸਾਹਿਬ ਦੱਖਣ ਵੱਲ ਚਲੇ ਗਏ। ਜਦ ਬਾਦਸ਼ਾਹ ਨੇ ਗੁਰੂ ਸਾਹਿਬ ਦੀ ਇੱਛਾ ਅਨੁਸਾਰ ਸੁਧਾਰ ਨਾ ਮੰਨਿਆ ਤਾਂ ਗੱਲਬਾਤ ਟੁੱਟ ਗਈ ਤੇ ਗੁਰੂ ਸਾਹਿਬ ਨਾਂਦੇੜ ਆ ਗਏ। ਇੱਥੇ ਗੁਰੂ ਸਾਹਿਬ ਨੂੰ ਮਾਧੋ ਦਾਸ ਬੈਰਾਗੀ ਸੰਤ ਮਿਲਿਆ ਤੇ ਉਹ ਵੀ ਸਿੰਘ ਸੱਜ ਗਿਆ। ਇਹੀ ਸੰਤ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਪ੍ਰਸਿੱਧ ਹੋਇਆ। ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਨੂੰ ਚਿੰਤਾ ਸੀ ਕਿ ਜੇ ਬਹਾਦਰ ਸ਼ਾਹ ਤੇ ਗੁਰੂ ਜੀ ਦਾ ਸਮਝੌਤਾ ਹੋ ਗਿਆ ਤਾਂ ਉਹ ਮਾਰਿਆ ਜਾਵੇਗਾ। ਇਸ ਲਈ ਉਹਨੇ 2 ਪਠਾਣਾਂ ਨੂੰ ਗੁਰੂ ਸਾਹਿਬ ਦਾ ਪਿੱਛਾ ਕਰਨ ਲਈ ਭੇਜ ਦਿੱਤਾ। ਇਹ ਨੰਦੇੜ ਆ ਕੇ ਗੁਰੂ ਸਾਹਿਬ ਨੂੰ ਮਿਲਦੇ ਗਿਲਦੇ ਰਹੇ। ਇੱਕ ਦਿਨ ਸ਼ਾਮ ਨੂੰ
ਜਦ ਗੁਰੂ ਸਾਹਿਬ ਆਰਾਮ ਕਰ ਰਹੇ ਸਨ ਤਾਂ ਇੱਕ ਪਠਾਨ ਨੇ ਖੱਬੇ ਪਾਸੇ ਛੁਰੇ ਦਾ ਵਾਰ ਕੀਤਾ, ਪਰ ਦੂਜਾ ਵਾਰ ਕਰਨ ਤੋਂ ਪਹਿਲਾਂ ਹੀ ਗੁਰੂ ਸਾਹਿਬ ਨੇ ਆਪਣੇ ਖੰਡੇ ਨਾਲ ਉਹਨੂੰ ਖਤਮ ਕਰ ਦਿੱਤਾ। ਗੁਰੂ ਸਾਹਿਬ ਦੇ ਜ਼ਖਮ ਸਿੱਤੇ ਗਏ, ਪਰ ਇੱਕ ਦਿਨ ਤੀਰ ਚਿੱਲੇ ਚਾੜਦਿਆਂ ਜ਼ਖਮ ਟੁੱਟ ਗਿਆ ਤੇ ਬਹੁਤ ਲਹੂ ਡੁੱਲ ਗਿਆ। ਅਖੀਰ 7 ਅਕਤੂਬਰ 1708 ਈਸਵੀ ਨੂੰ ਆਪ ਜੋਤੀ ਜੋਤ ਸਮਾ ਗਏ। ਆਪ ਨੇ ਖਾਲਸਾ ਪੰਥ ਨੂੰ ਸੰਪੂਰਨ ਰੂਪ ਦੇ ਕੇ ਸਦਾ ਲਈ ਜ਼ੁਲਮ ਨਾਸ਼ਕ ਫੌਜ ਤਿਆਰ ਕਰ ਦਿੱਤੀ ਤੇ ਉਹ ਸਦਾ ਹੀ ਕੌਮ ਤੇ ਦੇਸ਼ ਦੀ ਅਗਵਾਈ ਕਰਨ ਦੇ ਰਾਹ ਪਾ ਗਏ। ਗੁਰੂ ਗੋਬਿੰਦ ਸਿੰਘ ਜੀ ਸਾਡੇ ਇਤਿਹਾਸ ਦੇ ਮਹਾਨ ਸ਼ਹੀਦਾਂ ਵਿੱਚ ਗਿਣੇ ਜਾਂਦੇ ਹਨ।